सतनाम श्री वाहिगुरु साहिब जीओ। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। ज्ञान खंड मह ज्ञान प्रचंड तिथै नाद विनोद कोड आनंद। सर्म खंड की बाणी रूप तिथै घाड़त घड़िया बहुत अनूप। ताकियां गल्लां कथियां ना जाहे जे को कहे पिछै पछताए। तिथै घड़िया सुरत मत मन बुद्ध तिथै घड़िया सुरा सिद्धा की सुध। ज्यों बुलावह त्यों बोलह स्वामी कुदरत कवण हमारी। साध संग नानक जस गायो जो प्रभ की अत प्यारी। जो प्रभ की अत प्यारी। परम सन्मानयोग सत्कारयोग गुरु प्यारी गुरु सवारी साध संगत जी, दासरियां वालों आप सब संगतां नूं निमरता प्रेम अदब सहित गुरफतेह प्रवान होवे। वाहिगुरु जी का खालसा वाहिगुरु जी की फतेह। आप सारे वडभागी हो जो सतगुरु धन गुरु नानक साहिब महाराज सच्चे पातशाह जो महान बख्शिश दे मालक जिन्हां वास्ते भाई गुरदास जी कहते गढ़ बगदाद निवाई के मक्का मदीना सभे निवाया। सिद्ध 84 मंडली खड दर्शन पाखंड जिनाया। पाताला आकाश लख जीती धरती जगत सबाया। जीती नौ खंड मेदनी सतनाम दा चक्कर फिराया। देव दानो राखश दैंत सब चित गुप्त सब चरणी लाया। इंद्र इंद्रासन अपच्छरा राग रागनी मंडल गाया। भया आनंद जगत विच कल ताਰਨ गुरु नानक आया। हिंदू मुसलमान निभाया। महान सतगुरु श्री गुरु नानक देव महाराज सच्चे पातशाह जी की पावन बाणी श्री जपजी साहिब जी की लड़ीवार कथा बहुत देर तो आप सरवण कर रहे हो रोजाना। महाराज ने साडे ते तरस किया है, किरपा बख्शिश की सानू तारन वास्ते साडे भले वास्ते किरपा करते हैं। सिद्धां नूं इह गल जणाउंदे कि कल सरवण कीता सी 36ਵੀਂ पौड़ी विच ज्ञान खंड में ज्ञान प्रचंड। जो ज्ञान खंड जद जिन्हां नूं ज्ञान खंडियां नूं ज्ञान खंड हो जाता है बहुत तेज हुंदा प्रचंड हुंदा। तिथै नाद विनोद कोड आनंद। ਉਹ 3 अवस्थावां कथन कीतियां रात कल आप जी ने सुनिया हैं। फिर अगे अगला खंड शर्म खंड ਦੀ ਵਿਥਿਆ ਸੁਣਾਉਂਦੇ ਨੇ ਕਿਰਿਆ ਜਿਹੜੇ ਸ਼ਰਮ ਖੰਡ ਵਿੱਚ ਚਲੇ ਜਾਂਦੇ ਹਨ। ਸ਼ਰਮ ਖੰਡ ਹੁੰਦਾ ਬਹੁਤ ਮਿਹਨਤ ਉੱਥੇ ਵੱਧ ਜਾਂਦੀ ਹੈ ਜਾ ਕੇ। ਜਿੱਦਾਂ ਅਸੀਂ ਪਾਠ ਕਰਦੇ ਹਾਂ ਸਾਥੋਂ 5 ਬਾਣੀਆਂ ਮਸਾਂ ਹੋਈਆਂ ਜਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਸਾਨੂੰ ਮੁਸ਼ਕਿਲ ਜੀ ਆਉਂਦੀ ਹੈ, ਬਹਿਣਾ ਪੈਂਦਾ, ਫਿਰ ਚੌਂਕੜਾ ਨਹੀਂ ਵੱਜਦਾ। ਬਸ ਇਹ ਹਲੇ
ਤਾਂ ਧਰਮਖੰਡ ਵਿੱਚ ਵੀ ਨਹੀਂ ਪਹੁੰਚੇ ਤਾਂ ਤੀਜਾ ਖੰਡ ਹੈ ਧਰਮਖੰਡ ਆਉਂਦਾ, ਫਿਰ ਗਿਆਨ ਖੰਡ ਆਉਂਦਾ, ਫਿਰ 3 ਨੰਬਰ ਤੇ ਸ਼ਰਮਖੰਡ ਆਉਂਦਾ। ਉੱਥੇ ਮਿਹਨਤ ਬਹੁਤ ਆਪਣੇ ਆਪ ਵੱਧ ਜਾਂਦੀ ਹੈ, ਕੋਈ ਮੁਸ਼ਕਿਲ ਨਹੀਂ ਹੁੰਦੀ, ਫਿਰ ਆਪਣੇ ਆਪ ਹੀ ਕਿਰਪਾ ਹੋਈ ਜਾਂਦੀ, ਮਨ ਜੁੜਿਆ ਰਹਿੰਦਾ। ਫਿਰ ਜਿਹੜੇ ਸ਼ਰਮਖੰਡ ਵਾਲੇ ਨੇ, ਸ਼ਰਮਖੰਡ ਕੀ ਬਾਣੀ ਰੂਪ, ਉਹਨਾਂ ਦੀ ਜਿਹੜੀ ਬਾਣੀ ਹੈ ਸੁੰਦਰ ਰੂਪ ਵਾਲੀ ਹੋ ਜਾਂਦੀ ਹੈ। ਹਾਂ, ਜੋ ਬੋਲਦੇ ਨੇ ਸੁੰਦਰ ਬੋਲਦੇ ਨੇ, ਨਿਮਰਤਾ 'ਚ ਸ਼ਬਦ ਵਚਨ ਬੋਲਦੇ ਹਨ, ਬੁਰਾ ਨਹੀਂ ਬੋਲਦੇ, ਕੌੜਾ ਨਹੀਂ ਬੋਲਦੇ, ਫਿੱਕਾ ਨਹੀਂ ਬੋਲਦੇ, ਕਿਉਂਕਿ ਅੰਦਰ ਉਹਨਾਂ ਦਾ ਸੁੰਦਰ ਹੋਣ ਕਰਕੇ ਬਾਣੀ ਵੀ ਉਹਨਾਂ ਦੀ ਸੁੰਦਰ ਰੂਪ ਹੀ ਹੁੰਦੀ ਹੈ। ਜਾਂ ਜਿਹੜੇ ਉਹਨਾਂ ਦੀ ਬਾਣੀ ਸੁਣਨ ਵਾਲੇ, ਉਹ ਵੀ ਸੁੰਦਰ ਰੂਪ ਉਹਨਾਂ ਦਾ ਵੀ ਹੋ ਜਾਂਦਾ। ਜਿਸਕੇ ਅੰਤਰ ਵਸੇ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ, ਬਹੁਤ ਸੁੰਦਰ ਹੋ ਜਾਂਦੇ ਉਹਨਾਂ ਦੀ ਸੁੰਦਰ ਸ਼ਰਮਖੰਡ ਵਾਲਿਆਂ ਦੀ ਬਾਣੀ ਸੁਣਨ ਵਾਲੇ। ਉੱਥੇ ਫਿਰ ਜ਼ਿਕਰ ਕਰਦੇ ਨੇ ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਉੱਥੇ ਬਹੁਤ ਸੁੰਦਰ ਘਾੜਤ ਘੜੀ ਜਾਂਦੀ ਹੈ ਮਨੁੱਖ ਦੀ। ਤਿੱਥੈ ਉੱਥੇ ਘਾੜਤ ਘੜੀ, ਘਾੜਤ ਜਿਹੜੀ ਘੜੀ ਹੈ ਘੜੀ ਜਾਂਦੀ ਹੈ ਬਹੁਤ ਅਨੂਪ। ਅਨੂਪ ਹੁੰਦਾ ਉਪਮਾ ਤੋਂ ਰਹਿਤ ਹੋ ਜਾਂਦਾ ਮਨੁੱਖ। ਗੁਰੂ ਪਿਆਰੇ ਸਤਿਗੁਰੂ ਆਪ ਉਪਮਾ ਤੋਂ ਰਹਿਤ ਹਨ। ਤਾਂ ਕੀਆਂ ਗੱਲਾਂ ਕੱਥੀਆਂ ਨਾ ਜਾਹੇ, ਉਹ ਜਿਹੜੇ ਸੁੰਦਰ ਰੂਪ ਵਾਲੇ ਹੁੰਦੇ ਨੇ, ਜਿਹੜੇ ਉਪਮਾ ਤੋਂ ਰਹਿਤ ਹੁੰਦੇ ਨੇ, ਉਹਨਾਂ ਦੀਆਂ ਗੱਲਾਂ ਕਹੀਆਂ ਨਹੀਂ ਜਾ ਸਕਦੀਆਂ। ਉਹ ਬੇਅੰਤ ਹੁੰਦੀ, ਉਹਨਾਂ ਦੀ ਅਵਸਥਾ ਬਹੁਤ ਉੱਚੀ ਹੁੰਦੀ, ਵੱਡੀ ਹੁੰਦੀ, ਉਹਨਾਂ ਦੁਆਰੇ ਕੁਛ ਨਹੀਂ ਕਿਹਾ ਜਾ ਸਕਦਾ। ਜੇ ਅਸੀਂ ਕਹਿੰਦੇ ਹਾਂ ਤਾਂ ਵੀ ਥੋੜਾ ਹੀ ਥੋੜਾ, ਉਹ ਤਾਂ ਬਹੁਤ ਵੱਡੀ ਅਵਸਥਾ ਦੇ ਮਾਲਕ ਹੁੰਦੇ ਹਨ। ਪਰ ਪਾਤਸ਼ਾਹ ਕਹਿੰਦੇ ਜੇ ਕੋ ਕਹੈ ਪਿੱਛੇ ਪਛਤਾਏ, ਪਿੱਛੇ ਪਛਤਾਏ, ਇੱਕ ਪਛਤਾਏ ਪਾਠ ਹੁੰਦਾ, ਇੱਕ ਪਛਤਾਏ। ਪਛਤਾਏ ਪਾਠ ਕਰਨਾ ਕਿਉਂਕਿ ਛੇ ਦੇ ਥੱਲੇ ਔਂਕੜ ਲੱਗੀ ਹੋਣ ਕਰਕੇ ਪਛਤਾਏ। ਜੇ ਕਿ ਉਹਨਾਂ ਦੀਆਂ ਗੱਲਾਂ ਕਰਨੀਆਂ ਵੀ ਚਾਹੇ ਤੇ ਬਾਅਦ ਵਿੱਚ ਉਹਨੂੰ ਪਛਤਾਉਣਾ ਪੈਂਦਾ, ਕਿਉਂਕਿ ਉਹਨਾਂ ਬਾਰੇ ਕੁਛ ਕਿਹਾ ਨਹੀਂ ਜਾਂਦਾ। ਫਿਰ ਬੰਦਾ ਕਹਿੰਦਾ ਮੈਂ ਤਾਂ ਕੁਛ ਨਹੀਂ ਕਿਹਾ ਹੋਇਆ, ਮੈਥੋਂ ਐਵੇਂ ਕਿਹਾ ਗਿਆ, ਨਾ ਹੀ ਕਹਿੰਦੇ ਇੱਦਾਂ। ਤੇ ਅੱਗੇ ਸਤਿਗੁਰੂ ਕਹਿੰਦੇ ਤਿੱਥੈ ਘੜੀਐ ਸੁਰਤ ਮਤਿ ਮਾਨੇ ਬੁੱਧ, ਇਹ ਸਾਰੇ ਸੁਰਤ ਮਤ ਤੇ ਮਨ ਤੇ ਬੁੱਧ ਭਾਰੇ ਕਰਕੇ ਬੋਲਣੇ ਆ। ਇਹਨਾਂ ਦੇ ਸਾਰਿਆਂ ਦੇ ਮਗਰਲੇ ਅੱਖਰ ਨੂੰ ਹੁਸ਼ਿਆਰੀ ਲੱਗੀ ਹੋਈ, ਤਾਂ ਕਰਕੇ ਇਹਦਾ ਵਜਨ ਵੱਧ ਜਾਂਦਾ ਸ਼ਬਦ ਦਾ। ਤਿੱਥੈ ਘੜੀਐ ਸੁਰਤ ਮਤ ਮਾਨੇ ਬੁੱਧ, ਅੱਖਰ ਭਾਰੇ ਹੋ ਜਾਂਦੇ। ਮਹਾਰਾਜ ਕਹਿੰਦੇ ਉੱਥੇ ਸੁਰਤ ਔਰ ਮਤ ਹੈ ਜਿਹੜੀ, ਔਰ ਮਨ ਹੈ ਤੇ ਬੁੱਧੀ ਹੈ, ਘੜੇ ਜਾਂਦੇ ਨੇ। ਸੁਰਤ ਉੱਚੀ ਸੁੱਚੀ ਹੋ ਜਾਂਦੀ ਹੈ, ਵਿਸ਼ੇ ਵਿਕਾਰਾਂ 'ਚ ਹੁਣ ਜਿੱਥੇ ਸੁਰਤ ਸਾਡੀ ਤੁਰੀ ਫਿਰਦੀ ਹੈ ਉਹ ਘੜੀ ਜਾਂਦੀ, ਉੱਥੇ ਸ੍ਰੇਸ਼ਟ ਅਵਸਥਾ ਚਲੀ ਜਾਂਦੀ ਹੈ। ਮਤ ਹੈ ਜਿਹੜੀ ਉੱਤਮ ਹੋ ਜਾਂਦੀ, ਉੱਜਲ ਹੋ ਜਾਂਦੀ ਹੈ। ਮਨ ਹੈ ਜਿਹੜਾ ਸ਼ੁੱਧ ਹੋ ਜਾਂਦਾ, ਤੇ ਬੁੱਧ ਵੀ ਬਹੁਤ ਉੱਚੀ ਹੋ ਜਾਂਦੀ, ਸਾਫ਼ ਹੋ ਜਾਂਦੀ, ਨਿਰਮਲ ਬੁੱਧ ਹੋ ਜਾਂਦੀ। ਇਹ ਜੇ ਆਪਾਂ ਜ਼ਿਕਰ ਕਰੀਏ ਜਿਹੜੇ ਰੱਬ ਦੇ ਪਿਆਰੇ ਅਭਿਆਸੀ ਨੇ, ਸਿਮਰਨ ਵਾਲੇ ਨੇ, ਗੁਰੂ ਕੀ ਬਖਸ਼ਿਸ਼ ਲੈਣ ਵਾਲੇ ਨੇ, ਉਹਨਾਂ ਦੀ ਸੁਰਤ ਮਤ ਤੇ ਮਨ ਤੇ ਬੁੱਧ ਉੱਜਲ ਹੋ ਜਾਂਦੇ। ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਿਮੰਦਰ ਸਾਹਿਬ ਵੱਡੀ ਪਰਿਕਰਮਾ ਵਿੱਚ ਜਾ ਰਹੇ ਸਨ। ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਜਾ ਰਹੇ ਹਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਭਾਈ ਸਾਹਿਬ ਕਸ਼ਮੀਰ ਵਿੱਚੋਂ ਸੰਗਤ ਬੈਠੀ ਅਰਦਾਸਾਂ ਕਰਦੀ ਹੈ, ਬੇਨਤੀਆਂ ਆ ਰਹੀਆਂ, ਅਰਦਾਸਾਂ ਆ ਰਹੀਆਂ, ਉੱਥੇ ਸੰਗਤ ਦਾ ਬਹੁਤ ਸੰਬੰਧ ਇਕੱਠਾ ਹੋਇਆ ਪਿਆ, ਉਹ ਆ ਨਹੀਂ ਸਕਦੇ, ਉਹਨਾਂ ਦੀਆਂ ਬੇਨਤੀਆਂ ਆ ਰਹੀਆਂ, ਸਾਨੂੰ ਮਹਾਰਾਜ ਕੋਈ ਸਿੱਖ ਭੇਜੋ ਜਾਂ ਆਪ ਜੀ ਆਓ, ਦਸਬੰਧ ਬਹੁਤ ਸੰਗਤ ਦਾ ਇਕੱਤਰ ਹੋਇਆ ਹੈ। ਕਹਿੰਦੇ ਜਾਣਾ ਹੁਣ ਸਾਡਾ ਜਾਣਾ ਠੀਕ ਨਹੀਂ, ਜਾਵਾਂਗੇ ਬਹੁਤ ਨਾਲ ਰਸ਼ ਹੋ ਜਾਂਦਾ, ਆਪਾਂ ਇੱਦਾਂ ਕਰੀਏ ਕੋਈ ਸਿੱਖ ਭੇਜੀਏ ਉੱਥੇ ਜਾ ਕੇ ਸੰਗਤ ਨੂੰ ਦਰਸ਼ਨ ਦੇਵੇ, ਸੰਗਤ ਨੂੰ ਗੁਰੂ ਨਾਨਕ ਸਾਹਿਬ ਦੀਆਂ ਕਥਾ ਕਹਾਣੀਆਂ, ਗੁਰੂ ਦਰਬਾਰ ਦੀਆਂ ਮਹਿਮਾ ਸੁਣਾਵੇ, ਸਕਾਲ ਪੁਰਖ ਵਾਹਿਗੁਰੂ ਨਾਲ ਜੋੜੇ, ਔਰ ਨਾਲ ਸਮੇਂ ਨਾਲ ਮੁੜ ਕੇ ਵਾਪਸ ਆ ਕੇ ਦਸਬੰਧ ਲੈ ਕੇ ਇੱਥੇ ਗੁਰੂ ਘਰ ਆ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਦੇਖੋ
ਪਾਤਸ਼ਾਹ ਕਹਿੰਦੇ ਇਹ ਪੰਕਤੀ ਪੜ੍ਹੀ ਸੀ ਉਹਨਾਂ ਨੇ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਸੁਰਤ ਮਤ ਮਨ ਬੁੱਧ ਵਾਲਾ, ਸ੍ਰੇਸ਼ਟ ਵਾਲਾ ਕੋਈ ਗੁਰਮੁਖ ਹੋਵੇ ਉਹਨੂੰ ਆਪਾਂ ਭੇਜੀਏ। ਇਹ ਬਚਨ ਕਰਦੇ ਆ ਹੀ ਰਹੇ ਸਨ। ਸਾਹਮਣੇ ਤੋਂ ਭਾਈ ਗੜੀਆ ਜੀ ਨਾਮੇ ਇੱਕ ਸਿੱਖ ਹੋਏ ਹਨ ਗੁਰੂ ਘਰ 'ਚ। ਉਹ ਬੜੇ ਬੰਦਗੀ ਵਾਲੇ ਸਨ, ਅਭਿਆਸੀ ਸਨ, ਬ੍ਰਹਮ ਗਿਆਨੀ ਸਨ, ਮਸਤ ਜੇ ਸਿੱਖ ਸਨ। ਜਿੱਦਾਂ ਖੱਦਰ ਜੀ ਦਾ ਚੋੜਾ ਪਾਇਆ ਹੁੰਦਾ ਸੀ, ਉਹਨਾਂ ਦੇ ਉੱਪਰ ਖੱਦਰ ਦਾ ਪਰਨਾ ਜਿਹਾ ਦਸਤਾਰ ਸਜਾਈ ਹੁੰਦੀ ਸੀ। ਮਸਤ ਜੇ ਰਹਿੰਦੇ ਸੀ, ਜੇ ਪੈਰ ਚਰਨਾਂ 'ਚ ਕੁਛ ਪਾਇਆ ਨਹੀਂ, ਕਦੇ ਉੱਦਾਂ ਹੀ ਤੁਰੇ ਫਿਰਨਾ ਨੰਗੇ, ਮਸਤ ਮੌਲਾ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਤੁਸੀਂ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ, ਲੈ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਭਾਈ ਸਾਹਿਬ ਲਓ, ਭਾਈ ਗੜੀਆ ਜੀ ਆ ਗਏ, ਇਹਨਾਂ ਦੀ ਆਪਾਂ ਸੇਵਾ ਡਿਊਟੀ ਲਾਈਏ। ਕਹਿੰਦੇ ਭਾਈ ਗੁਰਦਾਸ ਜੀ ਦੇ ਮਨ ਵਿੱਚ ਆਇਆ ਵੀ ਇਹ ਤਾਂ ਸਾਰਾ ਹੀ ਲੈ ਆਊ। ਆਖੋ ਸ਼੍ਰੀ ਵਾਹਿਗੁਰੂ ਜੀ ਨੂੰ। ਆਪਣੇ ਜੋੜੇ ਦਾ ਪਤਾ ਨਹੀਂ, ਜਿੱਥੇ ਲਾਹਤਾ ਲਾਹਤਾ, ਆਪਣੇ ਵਸਤਰਾਂ ਦਾ, ਆਪਣੀ ਕਿਰਿਆ ਦਾ ਪਤਾ ਨਹੀਂ, ਮਸਤ ਹੈ। ਜਦੋਂ ਬੋਲਣ ਲੱਗੇ ਕਹਿੰਦੇ ਭਾਈ ਗੁਰਦਾਸ ਜੀ ਦੇ ਮੁੱਖ ਅੱਗੇ ਮਹਾਰਾਜ ਨੇ ਆਪਣਾ ਹੱਥ ਕਰ ਦਿੱਤਾ, ਵੇਖੀ ਕੁਛ ਬਚਨ ਨਾ ਕਰ ਦੇਈ। ਇਹਨਾਂ ਨੂੰ ਭਾਈ ਗੜੀਆ ਜੀ ਆਏ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਤੇ ਸੀਸ ਰੱਖ ਕੇ ਪਿਆਰ ਸਹਿਤ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਭਾਈ ਗੜੀਆ ਦੇ ਮੋਢੇ ਤੇ ਹੱਥ ਰੱਖ ਕੇ ਥਾਪੀ ਦਿੰਦਿਆਂ, ਥਾਪੜਾ ਦਿੰਦਿਆਂ ਬਦਲ ਕੀਤਾ, ਭਾਈ ਗੜੀਆ ਜੀ ਤੁਹਾਤੋਂ ਕੋਈ ਸੇਵਾ ਕਰਾਉਣੀ ਚਾਹੁੰਦੇ ਅਸੀਂ, ਦੱਸੋ ਮਹਾਰਾਜ। ਗਰੀਬ ਨਵਾਜ ਕਹਿਣ ਲੱਗੇ ਭਾਈ ਗੜੀਆ ਕਸ਼ਮੀਰ ਵਿੱਚ ਭੇਜਣਾ ਚਾਹੁੰਦੇ ਤੈਨੂੰ, ਉੱਥੇ ਸੰਗਤਾਂ ਕੋਲ ਬਹੁਤ ਦਸਵੰਧ ਹੈ, ਪਹਿਲਾਂ ਜਾਓ ਉੱਥੇ ਦੀਵਾਨ ਲਾਓ, ਸੰਗਤਾਂ ਨੂੰ ਗੁਰੂ ਘਰ ਨਾਲ ਜੋੜੋ, ਫਿਰ ਦਸਵੰਧ ਲੈ ਆਓ, ਕਰੋਗੇ ਸੇਵਾ। ਪਾਤਸ਼ਾਹ ਨੂੰ ਬਚਨ ਉਚਾਰਨ ਕੀਤੇ, ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਆ। ਮਹਾਰਾਜ ਦਾ ਤਨ ਮਨ ਧਨ ਆਪ ਜੀ ਨੂੰ ਸੌਂਪਿਆ ਹੋਇਆ, ਹੁਕਮ ਦੀ ਉਡੀਕ ਕਰ ਰਹੇ ਹਾਂ। ਹੁਕਮ ਅਸੀਂ ਜੋ ਆਪ ਜੀ ਕਰਦੇ ਹੋ ਮੰਨਣ ਦਾ ਯਤਨ ਕਰਦੇ ਹਾਂ, ਤੁਸੀਂ ਕਿਰਪਾ ਕਰੋ। ਕਾਰਜ ਜਿਸਕਾ ਕਾਜ ਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ, ਤੁਸੀਂ ਮਹਾਰਾਜ ਆਪ ਬਖਸ਼ਿਸ਼ ਕਰੋ, ਆਪ ਕਿਰਪਾ ਕਰੋ। ਸਤਿਗੁਰੂ ਕਹਿੰਦੇ ਜਾਓ। ਫਿਰ ਭਾਈ ਗੜੀਆ ਜੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਜਦੋਂ ਅੰਮ੍ਰਿਤਸਰ ਤੋਂ ਚੱਲਦੇ ਨੇ, ਬਿਆਸਾ ਲੰਘਣ ਲੱਗੇ, ਉੱਥੇ ਸ਼ਾਹ ਦੌਲਾ ਕਰਕੇ ਇੱਕ ਫਕੀਰ ਰਹਿੰਦਾ। ਭਾਈ ਸਾਹਿਬ ਨੂੰ ਪਤਾ ਸੀ, ਤੇ ਭਾਈ ਸਾਹਿਬ ਦੇ ਮਨ ਵਿੱਚ ਆਇਆ ਕਿ ਮਹਾਂਪੁਰਖਾਂ ਨੂੰ ਮਿਲ ਚੱਲਦੇ ਜਾਂਦੇ ਜਾਂਦੇ ਉਹ ਸ਼ਾਹ ਦੌਲੇ ਦੀ ਕੁਟੀਆ ਵਿੱਚ ਆ ਗਏ। ਜਦੋਂ ਵੇਖਿਆ, ਸ਼ਾਹ ਦੌਲੇ ਨੇ ਉੱਠ ਕੇ ਸਤਿਕਾਰ ਕੀਤਾ, ਭਾਈ ਸਾਹਿਬ ਜੀ ਨੂੰ ਬਿਠਾਇਆ। ਜਦੋਂ ਹਾਲਤ ਵੇਖੀ, ਖੱਦਰ ਦਾ ਚੋਲਾ ਪਾਇਆ ਹੋਇਆ, ਖੱਦਰ ਦਾ ਹਜੂਰੀਆ ਗਲ 'ਚ, ਖੱਦਰ ਦੇ ਉੱਪਰ ਪਰਨਾ ਮੋਟਾ ਦਸਤਾਰ ਸਜਾਈ ਹੋਈ, ਕੱਪੜੇ ਵੀ ਬਹੁਤ ਉੱਜਲ ਨਹੀਂ। ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਸ਼ਾਹ ਦੌਲੇ ਦੇ ਕਹਿਣ ਲੱਗੇ ਦੇਖੋ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਕਿੰਨਾ ਸਾਜ ਤਜ ਕੇ ਰਹਿੰਦੇ ਨੇ, ਕਿੰਨੇ ਮਹਿੰਗੇ ਬਸਤਰ, ਸਤਿਗੁਰੂ ਦੇ ਸੁੰਦਰ ਦਸ਼ਾਲੇ ਹੁੰਦੇ ਉੱਪਰ, ਗਲ ਵਿੱਚ ਮਹਿੰਗੀਆਂ ਮਹਿੰਗੀਆਂ ਮਾਲਾ, ਕਲਗੀ ਲਾਉਂਦੇ ਨੇ, ਕਿੰਨੇ ਆਨੰਦ ਵਿੱਚ ਰਸ ਵਿੱਚ ਰਹਿੰਦੇ ਨੇ, ਸ਼ਹਿਨਸ਼ਾਹ ਦੀ ਤਰ੍ਹਾਂ ਰਹਿੰਦੇ ਹਨ, ਸਿੱਖਾਂ ਦਾ ਧਿਆਨ ਨਹੀਂ ਦਿੰਦੇ। ਇੰਨੀ ਗੱਲ ਕਹਿ ਕੇ ਬੈਠ ਭਾਈ ਗੜੀਆ ਜੀ ਬਹਿ ਗਏ। ਉਹਦੇ ਮਨ ਵਿੱਚ ਸ਼ੰਕਾ ਆ ਗਿਆ। ਭਾਈ ਗੜੀਆ ਜੀ ਬ੍ਰਹਮ ਗਿਆਨੀ ਹੋਣ ਕਰਕੇ ਉਹ ਗੱਲ ਸਮਝ ਕੇ ਸਾਰੀ ਭਾਫ ਗਏ। ਇੰਨੇ ਨੂੰ ਇੱਕ ਕੋਈ ਸ਼ਰਧਾਲੂ ਸ਼ਾਹ ਦੌਲੇ ਕੋਲੇ ਜੋੜਾ ਬਸਤਰ ਲੈ ਕੇ ਆਇਆ, ਮੱਥਾ ਟੇਕਿਆ। ਸ਼ਾਹ ਦੌਲੇ ਨੇ ਉਹ ਬਸਤਰ ਚੱਕ ਕੇ ਭਾਈ ਗੜੀਆ ਨੂੰ ਦੇ ਦਿੱਤੇ, ਜੋੜਾ ਦੇ ਦਿੱਤਾ, ਤੁਸੀਂ ਪਾ ਲਓ। ਕੁਝ ਸਮਾਂ ਬੈਠੇ ਰਹੇ। ਇੰਨੇ ਨੂੰ ਇੱਕ ਹੋਰ ਗਰੀਬ ਜਿਹਾ ਕੋਈ ਰੂਹ ਆਈ। ਸ਼ਾਹ ਦੌਲੇ ਦੇ ਸਾਹਮਣੇ ਭਾਈ ਗੜੀਆ ਜੀ ਨੇ ਚੱਕ ਕੇ ਬਸਤਰ ਔਰ ਜੋੜਾ ਉਹਨੂੰ ਦੇ ਦਿੱਤਾ, ਆਪਣੇ ਕੋਲ ਨਹੀਂ ਰੱਖਿਆ। ਸਮਝ ਗਏ ਵੀ ਗੁਰੂ ਤਾਂ ਇੱਦਾਂ ਬਖਸ਼ ਕਰਦੇ ਹੀ ਹੋਣਗੇ, ਇਹਨਾਂ ਦੇ ਤਾਂ ਆਪ ਹੀ ਇੱਦਾਂ ਦੇ ਸੁਭਾਅ ਇਹਨਾਂ ਦਾ। ਥੋੜ੍ਹੇ ਸਮੇਂ ਬਾਅਦ ਗੱਲਾਂ ਬਾਤਾਂ ਹੋਈਆਂ, ਵਿਚਾਰ ਹੋਏ। ਕਹਿੰਦੇ ਹੁਣ ਜੀ ਸਾਨੂੰ ਆਗਿਆ ਦਿਓ, ਅਸੀਂ ਕਸ਼ਮੀਰ ਜਾਣਾ। ਬਾਹਰ ਆਏ, ਜੇਠ ਹਾੜ ਦਾ ਮਹੀਨਾ ਸੀ, ਜ਼ਮੀਨਾਂ ਸੁੱਕੀਆਂ ਵਾਹੀਆਂ ਪਈਆਂ ਸਨ ਔਰ ਅੱਗੇ ਅੱਗੇ ਭਾਈ ਗੜੀਆ ਜੀ ਜਾ ਰਹੇ ਹਨ, ਪਿੱਛੇ ਪਿੱਛੇ ਸ਼ਾਹ ਦੌਲਾ ਜਾ ਰਹੇ ਹਨ। ਉਸ ਸਮੇਂ ਦੱਸਿਆ ਇਤਿਹਾਸ ਵਿੱਚ ਕਿ ਭਾਈ ਗੜੀਏ ਦੇ ਜਿੱਦਾਂ ਟੁੱਟੇ ਜੇ ਨਹੀਂ ਛਿੱਤਰ ਹੁੰਦੇ, ਜੋੜਾ ਪਿੱਛੋਂ ਠਿੱਬੇ ਜੇ ਕੀਤੇ ਹੁੰਦੇ, ਉਹ ਪਾਏ ਹੋਏ ਨੇ, ਪਿੱਛੋਂ ਮਿੱਟੀ ਜੀ ਡਿੱਗਦੀ ਆ।
जद सामने तुरया जाता है शंका आई सी मन में शाह दौले दे भाई साहब भाई गढ़िया जी अगे अगे जा रहे ने ते की देखदा है शाह दौला भाई गढ़िया जी के चरणों विचों सोने दियां मोहरां डिग रही हैं। आखो श्री वाहिगुरू। तुरे जा रहे ने चरणों च पिछों सोने दियां मोहरां डिगदियां देखियां चरणों विचों। कई बारी बेनती करदा माया दासी भगतां ही कार कमावे। असीं इहनूं सिर ते रखिया है चक के माया नूं पैसा पैसा करदे आ। ये तो जे कोई नाम जपे अभ्यास करे महापुरख किन्ने मैं वेखदा ग्रुप च किन्ने संत बाबा दया सिंह जी रेण जी जिहड़े महापुरख उन्हां दे बचन सुणदे किन्ने सानूं मिठे लगदे ने किन्ने प्यारे लगदे ने। जीवन वालियां दीयां खेडां ने ये। असीं इहनूं पंड बन के सिर ते रखिया माया नूं पता नहीं की चीज़ है ये तो माया दासी भगतां की कार कमावे। ਜਿਹੜਾ ਦਾ त्याग कर दिंदा है तो ਉਹਦੇ मगर मगर फिरदी। हैरान हो गया तो मन में कई गल्लां आउण लगियां कि कमाल हो गई। इन्ने नूं भाई गढ़िया ने पिछे मुड़ के देखिया मोढा फड़ लिया शाह दौले दा। कहण लगे देख शाह दौले महापुरखो गुरु दे सिखां ते शंका करदे हो। गुरु ते शंके तुहाडे मन विच पैदा हुंदे ने। आओ देख दूर वल देखिया जिहड़ियां खेतां विच इट्टां पईयां सी रेता पै सारी धरती ते इट्टां सोने दियां दिसण लगियां शाह दौले नूं। आखो श्री वाहिगुरू। इट्टां और मिट्टी सोने दी दिसण लग गई। धरती चकरा गया। भाई गढ़िया जी ने बचन कीते मैं बेनती कर रहा सत्संग तिथे घड़ी है सुरत मत मन बुद्ध उत्थे सुरत ते मत मन बुद्ध घड़े जाते ने। भाई गढ़िया वर्गियां दे नाम अभ्यासियां दे ब्रह्म ज्ञानियां दे उत्थे अवस्था है। सत्संगत वो जिहड़ी असी शर्मखंड दी विचार कर रहे कल तो उत्थे घड़ियां जांदियां ते शाह दौले दे मोढे नूं हलूण के भाई गढ़िया कहन लगे शाह दौलिया महापुरखो गुरु के सिखां ते शंके गुरु ते शंके करदे हो ते जे गुरु तो बहुत वड्डा है महान है। जे असीं चाहिए तो सारी धरती सोने दी बना सकते हैं। आखो श्री वाहिगुरू। तू वस्त्रां विच उलझिया पिया जोड़ियां विच उलझिया पिया। जे असीं चाहिए तो सारी धरती सोने दी बन सकती है। गुरमुखो पातशाह जी ने एक वचन किया कि फिर समा इदा प्रकरण बनया बेनती दास करेगा खेले नदियां होवे ढेणवा सुम होवे दुध घीओ सगली धरती शक्कर होवे खुशी करे नित जीओ। जे सारा संसार नाम जपण लग जाए नदियां होवे ढेणवा नदियां ढेणवा हुंदी गऊ नदियां गाइयां बन जाण भाव दुध दियां नदियां वगण लग जाण। सुम होवे दुध घीओ ते दुध ते घिओ दे चश्मे चल पैण धरती ते सगली धरती शक्कर होवे खुशी करे दियो। सारी धरती शक्कर दी बन सकदी है। नदियां दुध दियां चल सकदियां सारी धरती शक्कर दी बन सकदी है। सगली धरती शक्कर होवे खुशी करे दियो। लोग कहंदे जे सारे शंका करदे नाम ही जपण लग जाइए तो पैसा कित्थों आऊ पदार्थ कित्थों आउणगे छकां कित्थों। भाई नाम तां जपो नदियां दुध दियां चल पैणियां। जे सारा संसार नाम जपे धरती शक्कर दी बन जाणी। शक्कर दा पक्का मार दुध दा जग पीओ ते आनंद दे जकारे छड्डो। आखो श्री वाहिगुरू। बाणी दी विचार कर रहा पढ़ लिओ माध राग विच सत्संगत नदियां होवे ढेणवा सारा पढ़ लिओ शब्द विचार लो पढ़ के। उत्थे जिथे मत सुरत और मन बुद्ध घड़ी जाती है कहन लगे असी सारी धरती सोने की बना सकते। तू गुरु ते शंका करदा नमस्कार करनी भाई शाह दौले ने नमस्कार की भाई गढ़िया के चरणों ते फिर बेनती करा समाप्ति करा। वो फिर भाई गढ़िया कश्मीर चले जाते ने जिहदी सुरत मत ते मन बुद्ध घड़ी हुई है ते जाके संगतां ने सत्कार किया। बहुत दिन लंबेरा समा कथा करते रहे गुरु की वडियाई करते रहे। आउण दा समा बड़िया संगतां ने वस्त्र माया इत्यादि पदार्थ अगे मत्था टेक टेक के ढेरी लग गई सामने भाई गढ़िया जी दे। महाराज लै जाओ तो संबंध कढ़िया होया इन्नी वाट कला मैं आया लैके किवें जाइए। महाराज चरणों च अरदास की सतगुरु ने कृपा की हुई कृपा
ਭਾਈ ਗੜੀਏ ਨੇ ਸਾਰੀ ਦੌਲਤ ਮਾਇਆ ਔਰ ਪਦਾਰਥ ਬਸਤਰ ਗਰੀਬਾਂ ਵਿੱਚ ਵੰਡ ਦਿੱਤੇ ਸਨ। ਆਖੋ ਸ੍ਰੀ ਵਾਹਿਗੁਰੂ। ਕਸ਼ਮੀਰ ਦੀ ਧਰਤੀ ਤੇ ਸਾਰਾ ਕੁਝ ਗਰੀਬਾਂ ਵਿੱਚ ਵੰਡ ਦਿੱਤਾ। ਹੱਥ ਝਾੜ ਕੇ ਪਰਨਾ ਜਿਹੜਾ ਖੱਦਰ ਦਾ ਮੋਢੇ ਤੇ ਉਹ ਝਾੜ ਕੇ ਤੁਰ ਪਏ ਤੇ ਚਲਦਿਆਂ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਆਏ। ਨੇਤ ਨਾਲ ਸਾਹਮਣੇ ਭਾਈ ਗੁਰਦਾਸ ਜੀ ਤੇ ਛੇਵੇਂ ਪਾਤਸ਼ਾਹ ਫਿਰ ਤੁਰੇ ਆਉਂਦੇ ਨੇ। ਆਖੋ ਸ੍ਰੀ ਵਾਹਿਗੁਰੂ। ਭਾਈ ਗੜੀਏ ਨੂੰ ਭਾਈ ਗੁਰਦਾਸ ਨੇ ਦੇਖਿਆ ਤੇ ਭਾਈ ਗੁਰਦਾਸ ਦੇ ਮਨ ਵਿੱਚ ਇੱਕ ਸੰਕਲਪ ਪੈਦਾ ਹੋਇਆ ਕਿ ਮਹਾਰਾਜ ਤਾਂ ਕਹਿੰਦੇ ਸੰਬੰਧ ਲੈਣ ਗਿਆ, ਆ ਆਉਂਦਾ। ਆਖੋ ਸ੍ਰੀ ਵਾਹਿਗੁਰੂ। ਫੇਰ ਕੁਝ ਬੋਲਣ ਲੱਗਾ। ਸਤਿਗੁਰੂ ਨੇ ਫੇਰ ਭਾਈ ਗੁਰਦਾਸ ਦੇ ਮੂੰਹ ਅੱਗੇ ਹੱਥ ਕੀਤਾ, ਦੇਖੀ ਕਿਤੇ ਮੇਰੇ ਪਿਆਰੇ ਸਿੱਖ ਨੂੰ ਜਿਹਦੀ ਸੁਰਤ ਮੱਤ ਤੇ ਮਨ ਬੁੱਧ ਘੜੀ ਹੋਈ ਹੈ, ਕਿਤੇ ਕੋਈ ਵਚਨ ਨਾ ਕਰ ਦੇਈਂ, ਦੇਖੀ ਕਿਤੇ ਨਾਰਾਜ਼ਗੀ ਨਾ ਲੈ ਲਈ। ਪਾਤਸ਼ਾਹ ਇਹ ਤਾਂ ਦਸਵੰਧ ਲੈਣ ਗਏ ਸੀ। ਸਤਿਗੁਰੂ ਕਹਿੰਦੇ ਪੁੱਛਦੇ ਆ। ਸਤਿਗੁਰੂ ਨੇ ਭਾਈ ਗੜੀਏ ਨੇ ਆ ਕੇ ਮੱਥਾ ਟੇਕਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਗੜੀਆ ਸਾਹਿਬ ਜੀਓ ਤੁਹਾਨੂੰ ਦਸਵੰਧ ਲੈਣ ਭੇਜਿਆ ਸੀ। ਕਹਿੰਦਾ ਜੀ ਲੈ ਆਇਆ। ਆਖੋ ਸ੍ਰੀ ਵਾਹਿਗੁਰੂ। ਲੈ ਆਇਆ। ਕਹਿੰਦੇ ਕਿੱਥੇ ਆ? ਖਾਲੀ ਤਾਂ ਤੁਰਿਆ ਆਉਣਾ। ਕਹਿੰਦੇ ਪਾਤਸ਼ਾਹ ਤੁਸੀਂ ਬਚਨ ਕੀਤਾ ਸੀ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਮਹਾਰਾਜ ਮੈਂ ਤਾਂ ਤੁਹਾਡੀ ਗੋਲਕ ਵਿੱਚ ਹੀ ਪਾ ਦਿੱਤਾ ਸਾਰਾ ਕੁਛ। ਆਖੋ ਸ੍ਰੀ ਵਾਹਿਗੁਰੂ। ਭਾਵ ਗਰੀਬਾਂ ਦੇ ਮੁੱਖ ਵਿੱਚ ਸਾਰਾ ਕੁਝ ਪਾ ਦਿੱਤਾ ਹੈ, ਗਰੀਬਾਂ ਨੂੰ ਵੰਡ ਦਿੱਤਾ ਹੈ। ਤੁਹਾਡੇ ਘਰ ਦਾ ਸਿਧਾਂਤ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਮੈਂ ਤਾਂ ਗੁਰੂ ਦੀ ਗੋਲਕ ਵਿੱਚ ਪਾ ਦਿੱਤਾ। ਭਾਈ ਗੁਰਦਾਸ ਜੀ ਨੂੰ ਬਚਨ ਕੀਤਾ। ਸਤਿਗੁਰੂ ਬੜੇ ਖੁਸ਼ ਹੋਏ, ਕਹਿੰਦੇ ਜਾਓ ਭਾਈ ਗੁਰਦਾਸ ਤੋਸ਼ੇ ਖਾਨੇ ਚੈੱਕ ਕਰੋ, ਖਜ਼ਾਨੇ ਚੈੱਕ ਕਰੋ। ਜਦ ਜਾ ਕੇ ਤੋਸ਼ੇ ਖਾਨੇ ਔਰ ਖਾਨੇ ਚੈੱਕ ਕੀਤੇ ਤੇ ਉੱਥੇ ਮਾਇਆ ਪਦਾਰਥ ਵਸਤਰਾਂ ਦੇ ਢੇਰ ਲੱਗੇ ਪਏ ਨੇ। ਗਰੀਬਾਂ ਨੂੰ ਵੰਡਿਆ ਹੋਇਆ ਸਤਿਗੁਰੂ ਦੇ ਖਜ਼ਾਨੇ ਵਿੱਚ ਆ ਜਾਂਦਾ ਹੈ। ਸਾਧ ਸੰਗ ਮੈਂ ਹਮੇਸ਼ਾ ਹੀ ਚਲੋ ਹੁਣ ਸੰਗਤ ਵਿੱਚ ਗਰੁੱਪ ਵਿੱਚ ਸੇਵਾ ਲਾਈ ਹੈ ਤੁਸੀਂ, ਪਰ ਜਦੋਂ ਮੈਂ ਸੰਗਤ ਵਿੱਚ ਵੀ ਬੈਠ ਕੇ ਕਥਾ ਕਰਦਾ, ਵਿਚਾਰ ਕਰਦਾ, ਮੈਂ ਇਸ ਗੱਲ ਤੇ ਬਹੁਤ ਜ਼ੋਰ ਦਿੰਦਾ ਕਿ ਗੁਰੂ ਕੀ ਗਰੀਬ ਦੇ ਮੂੰਹ ਨੂੰ ਗੁਰੂ ਕੀ ਗੋਲਕ ਜਾਣੋ, ਗਰੀਬ ਦੀ ਹੈਲਪ ਕਰੋ। ਜੇ ਕਿਸੇ ਦੇ ਪੈਰਾਂ ਵਿੱਚ ਜੋੜਾ ਨਹੀਂ, ਉਹਨੂੰ ਤੁਹਾਨੂੰ ਵੀ ਬੇਨਤੀ ਕਰਦਾ ਸੰਗਤਾਂ ਨੂੰ, ਜੋੜਾ ਨਹੀਂ ਕਿਸੇ ਦੇ ਚਰਨਾਂ 'ਚ, ਉਹਨੂੰ ਜੋੜਾ ਲੈ ਕੇ ਦੇ ਦਿਓ। ਕਿਸੇ ਵਸਤਰ ਨਹੀਂ ਤਨ ਤੇ, ਉਹਨੂੰ ਵਸਤਰ ਲੈ ਕੇ ਦੇ ਦਿਓ। ਕਿਸੇ ਦੇ ਦੇਖਦੇ ਆ ਮਿਲੇ ਕਿ ਚਲੇ ਕੱਪੜੇ ਪਾਈ ਜਾਂਦਾ, ਉਹਨੂੰ ਥੋੜ੍ਹੀ ਮਾਇਆ ਦੇ ਲਓ। ਭਾਈ ਸਾਹਿਬ ਸਾਬਣ ਲੈ ਲਓ, ਸਾਬਣ ਲੈ ਕੇ ਆਪਣੇ ਵਸਤਰ ਸਾਫ਼ ਕਰ ਲਓ। ਆਹ ਮਾਇਆ ਲੈ ਲਓ ਜਾਂ ਵਸਤਰ ਨਵੇਂ ਲੈ ਲਓ, ਜੋੜਾ ਨਵਾਂ ਲੈ ਲਓ ਜਾਂ ਲੈ ਕੇ ਦਿਓ। ਗਰੀਬ ਦੀ ਲੜਕੀ ਦੀ ਧੀ ਦੀ ਸ਼ਾਦੀ, ਉੱਥੇ ਦਸਵੰਧ ਕੱਢੋ। ਗਰੀਬ ਦਾ ਕੋਈ ਮੈਂਬਰ ਬਿਮਾਰ ਹੋ ਗਿਆ, ਉਹਨੂੰ ਪੁੱਛੋ ਭਾਈ ਸਾਹਿਬ ਕੋਈ ਮਾਇਆ ਦੀ ਲੋੜ ਨਹੀਂ, ਇਲਾਜ ਕਰਾ ਸਕਦਾ, ਆਪ ਉੱਥੇ ਮਾਇਆ ਖਰਚ ਕਰੋ। ਕੋਈ ਗਰੀਬ ਦਾ ਘਰ ਰਹਿਣ ਵਾਸਤੇ ਸਿਰ ਤੇ 2 ਖਣ ਨਹੀਂ, ਉੱਥੇ ਜਾ ਕੇ ਆਪਣਾ ਦਸਵੰਧ ਕੱਢ ਕੇ ਸੇਵਾ ਕਰੋ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਮਿਹਰ ਕਰਨਗੇ, ਬਖਸ਼ਿਸ਼ ਕਰਨਗੇ। ਗਰੀਬ ਦਾ ਮੂੰਹ ਹਮੇਸ਼ਾ ਹੀ ਗੁਰੂ ਕੀ ਗੋਲਕ ਮੰਨਣਾ ਹੈ। ਪਾਤਸ਼ਾਹ ਕਹਿੰਦੇ ਉੱਥੇ ਫਿਰ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ। ਉੱਥੇ ਜਾ ਕੇ ਸ਼ਰਮਖੰਡ ਦੇ ਵਿੱਚ ਜਾ ਕੇ, ਉਸ ਅਵਸਥਾ ਵਿੱਚ ਜਾ ਕੇ ਸੁਰਤ ਮਤ ਮਨ ਬੁੱਧ ਘੜੇ ਜਾਂਦੇ ਨੇ। ਫਿਰ ਕਹਿੰਦੇ ਤਿੱਥੈ ਘੜੀ ਹੈ ਸੁਰਾ ਸਿੱਧਾ ਕੀ ਸੁੱਧ। ਇਹ ਵੀ ਸੁੱਧ ਵੀ ਭਾਰਾ ਸ਼ਬਦ ਹੈ, ਵਜਨ ਦੇ ਕੇ ਬੋਲਣਾ। ਉੱਥੇ ਤਿੱਥੈ ਘੜੀ ਹੈ ਸੁਰਾ, ਸੁਰ ਹੁੰਦੇ ਦੇਵਤੇ, ਉੱਥੇ ਦੇਵਤਿਆਂ ਅਤੇ ਸਿੱਧ ਪੁਰਖਾਂ ਦੀ ਸੂਝ ਘੜੀ ਜਾਂਦੀ ਹੈ। ਸਿੱਧ ਪੁਰਖ ਹੋ ਜਾਂਦੇ ਨੇ, ਦੇਵਤੇ ਹੋ ਜਾਂਦੇ ਨੇ। ਜਾਂ ਸੁਰਾ ਹੁੰਦਾ ਦੇਵਤੇ, ਦੇਵਤਿਆਂ ਦਾ ਪ੍ਰਕਾਸ਼ ਰੂਪ, ਉੱਥੇ ਫਿਰ ਪ੍ਰਕਾਸ਼ ਰੂਪ ਹੋ ਕੇ ਜੋਤ ਵਰਤਦੀ ਹੈ। ਤੇ ਸਿੱਧਾਂ ਕੀ ਸੁੱਧ, ਅਤੇ ਸਿੱਧਾਂ ਵਾਲੀ ਜਿਹੜੀ ਸੁੱਧ ਹੈ ਉਹ ਮਨੁੱਖ ਨੂੰ ਆ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ। ਇੰਨੀਆਂ ਕੱਜ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਮੈਂ ਹਮੇਸ਼ਾ ਹੀ ਸੰਗਤਾਂ ਦੇ ਚਰਨਾਂ ਸ਼ੀਸ਼ ਲਵਾ ਕੇ ਬੇਨਤੀ ਕਰਦਾ, ਦਾਸਰੇ ਤੇ ਕਿਰਪਾ ਕਰਿਓ, ਬਖਸ਼ਿਸ਼ ਕਰਿਓ, ਅਰਦਾਸ ਜ਼ਰੂਰ ਕਰਿਓ। ਮਹਾਰਾਜ ਗੁਰਸਿੱਖੀ ਜੀਵਨ ਅੰਮ੍ਰਿਤ ਵੇਲਾ ਸਿਮਰਨ ਦੀ ਦਾਤ ਬਖਸ਼ਣ। ਸਵਾਸ ਸਵਾਸ ਭਜਨ ਬੰਦਗੀ ਅਖੰਡ ਭਜਨ ਸਤਿਗੁਰੂ ਬਖਸ਼ਿਸ਼ ਕਰਕੇ ਨਿਵਾਜਣ। ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਮਸਤਕ ਨੂੰ ਲਾਉਂਦਾ ਹੋਇਆ, ਆਪ ਜੀ ਨੂੰ ਨਮਸਕਾਰ ਕਰਦਾ ਹੋਇਆ ਫਤਿਹ ਗਜਾਉਣਾ। ਫਤਿਹ ਦੀ ਸਾਂਝ ਪਾਓ, ਹਮੇਸ਼ਾ ਹੀ ਸਿਰ ਤੇ ਹੱਥ ਰੱਖਣਾ ਜੀਓ। ਆਪ ਦੇ ਦਰ ਦਾ ਕੂਕਰ ਜਾਣ ਕੇ ਨਿਵਾਜਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।